ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਮੁਖ ਕੰਤ ਨਾ ਪਛਾਣ ਆਈ, ਤਿਨ ਕਿਉ ਰਹਿਣ ਵਿਹਾਏ। ਗਰਭ ਅਟਿਆ ਤ੍ਰਿਸ਼ਨਾ ਜਲਹਿ, ਦੁਖ ਪਾਵਹਿ ਦੂਜੈ ਭਾਏ। ਸ਼ਬਦ ਰਤੀਆ ਸੁਹਾਗਣੀ, ਤਿਨ ਵਿਚਹੁ ਹਉਮੈ ਜਾਏ। ਸਦਾ ਪਿਰ ਰਾਵਹਿ ਆਪਣਾ, ਤਿਨਾ ਸੁਖੇ ਸੁਖ ਵਿਹਾਏ। ਗਿਆਨ ਵਿਹੂਣੀ ਪਿਰ ਮੁਤੀਆ, ਪਿਰਮ ਨ ਪਾਇਆ ਜਾਏ। ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੈ ਭੁਖ ਨ ਜਾਏ। ਆਵਹੋ ਮਿਲਹੁ ਸਹੇਲੀ ਹੋ, ਮੈਂ ਪਿਰ ਦੇਹੁ ਮਿਲਾਏ। ਪੂਰੈ ਭਾਗ ਸਤਿਗੁਰ ਮਿਲੈ, ਪਿਰ ਪਾਇਆ ਸਚ ਸਮਾਏ। ਸੇ ਸਹੀਆ ਸੁਹਾਗਣੀ, ਜਿਨ ਕਉ ਨਦਰ ਕਰੇ। ਖਸਮ ਪਛਾਣਹਿ ਆਪਣਾ, ਤਨ ਮਨ ਆਗੈ ਦੇ। ਘਰ ਵਰ ਪਾਇਆ ਆਪਣਾ, ਹਉਮੈ ਦੂਰ ਕਰੇ। ਨਾਨਕ ਸੋਭਾਵੰਤੀਆ ਸੁਹਾਗਣੀ, ਆਨ ਦਿਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ। ਇਕ ਪਿਰ ਰਾਵਹਿ ਆਪਣਾ, ਹਉ ਕੈ ਦਰ ਪੁੱਛੂੰ ਜਾਏ। ਸਤਿਗੁਰ ਸੇਵੀ ਭਾਉ ਕਰ, ਮੈਂ ਪਿਰ ਦੇਹੁ ਮਿਲਾਏ। ਸਭ ਉਪਾਏ ਆਪੇ ਵੇਖੈ, ਕਿਸ ਨੇੜੈ ਕਿਸ ਦੂਰ। ਜਿਨ ਪਿਰ ਸੰਗੇ ਜਾਣਿਆ, ਪਿਰ ਰਾਵੇ ਸਦਾ ਹਦੂਰ। ਮੁੰਧੇ ਤੂੰ ਚੱਲ ਗੁਰ ਕੈ ਭਾਏ, ਆਨ ਦਿਨ ਰਾਵਹਿ ਪਿਰ ਆਪਣਾ। ਸਹਜੇ ਸਚ ਸਮਾਏ ਰਹਾਉ। ਸ਼ਬਦ ਰਤੀਆ ਸੁਹਾਗਣੀ, ਸਚੈ ਸ਼ਬਦ ਸਿਗਾਰ। ਹਰ ਵਰ ਪਾਇਨ ਘਰ ਆਪਣੈ, ਗੁਰ ਕੈ ਹੇਤ ਪਿਆਰ। ਸੇਜ ਸੁਹਾਵੀ ਹਰ ਰੰਗ, ਸੇਜ ਸੁਹਾਵੀ ਹਰ ਰੰਗ ਰਵੈ। ਭਗਤ ਭਰੇ ਭੰਡਾਰ, ਸੋ ਪ੍ਰਭ ਪ੍ਰੀਤਮ ਮਨ ਵਸੈ। ਜੇ ਸਭ ਸਹਿ ਦੇ ਆਧਾਰ, ਪਿਰ ਸਾਲਾਹਨ ਆਪਣਾ। ਤਿਨ ਕੈ ਹਉ ਸਦ ਬਲਿਹਾਰੈ ਜਾਉ। ਮਨ ਤਨ ਅਰਪੀ ਸਿਰ ਦੇਈ, ਤਿਨ ਕੈ ਲਾਗਾਂ ਪਾਏ। ਜਿਨੀ ਇਕ ਪਛਾਣਿਆ, ਦੂਜਾ ਭਾਉ ਚੁਕਾਏ। ਗੁਰਮੁਖ ਨਾਮ ਪਛਾਣੀਐ, ਨਾਨਕ ਸਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਹਰਿ ਜੀ ਸੱਚਾ ਸਚ ਤੂੰ, ਸਭ ਕਿਛ ਤੇਰੈ ਚੀਰੈ। ਲਖ 84 ਤਰਸਦੇ ਫਿਰੇ, ਬਿਨ ਗੁਰ ਭੇਟੇ ਪੀਰੈ। ਹਰਿ ਜੀਉ ਬਖਸ਼ੇ ਬਖਸ਼ ਲਏ, ਸੂਖ ਸਦਾ ਸਰੀਰੈ। ਗੁਰ ਪ੍ਰਸਾਦੀ ਸੇਵ ਕਰੀ, ਸਚ ਗਹਿਰ ਗੰਭੀਰੈ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ।
ਦੂਜਾ ਅਵਰ ਨ ਕੋਇ। ਰਹਾਉ ਧਰਮ ਰਾਇਨੋ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ। ਦੂਜੈ ਭਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ। ਤਿਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ ਹਾਰ। ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ। ਤਿਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ ਹਾਰ। ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪ ਜੀ ਨੇ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 38ਵੇਂ ਅੰਗ ਦਾ ਪਾਠ ਪ੍ਰੇਮ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਪਿਛਲੇ ਵਿਚਾਰ ਦੇ ਵਿੱਚ ਆਪਾਂ ਸੰਖੇਪ ਦੇ ਵਿੱਚ ਇਹ ਸਮਝਿਆ ਕਿ ਪ੍ਰਭੂ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਜਿੱਥੇ ਸਾਡੇ ਕਰਮ ਇੰਦਰੀ, ਗਿਆਨ ਇੰਦਰੀ ਨਹੀਂ ਪਹੁੰਚ ਸਕਦੇ, ਉਸ ਤੋਂ ਪਰੇ ਹੈ। ਜਿਹੜਾ ਸਮਾਇਆ ਹੋਇਆ, ਆਪਾਂ ਸਮਾਇਆ ਕਹਿੰਦੇ ਹਾਂ, ਇਹ ਸਮਾਇਆ ਹੋਇਆ ਹੀ ਸਾਡੇ ਗਿਆਨ ਇੰਦਰੀ ਅਤੇ ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਭਾਵੇਂ ਉਹ ਸਾਡੇ ਇੰਦਰੀਆਂ ਦੇ ਵਿੱਚ ਸਮਾਇਆ ਹੋਇਆ, ਪਰ ਸਾਡੀ ਸਮਝ ਤੋਂ ਪਰੇ ਹੈ ਇਹ ਕਹਾਣੀ। ਇਹ ਨਹੀਂ ਹੈ ਵੀ ਸਾਡੇ ਇੰਦਰੀਆਂ ਦੇ ਵਿੱਚ ਨਹੀਂ ਹੈ, ਸਮਾਇਆ ਹੋਇਆ ਸਰੀਰ ਦੇ ਵਿੱਚ ਗਿਆਨ ਇੰਦਰੀ ਨੇ। ਦੇਖੋ, ਨਾਸਿਕਾ ਸਰੀਰ ਹੈ, ਅੱਖਾਂ ਨੇ, ਕੰਨ ਨੇ, ਮੂੰਹ ਹੈ, ਰਸਨਾ ਹੈ। ਠੀਕ ਹੈ ਜੀ। ਕਹਿਣ ਦਾ ਭਾਵ ਹੈ ਵੀ ਸਮਾਇਆ ਹੋਇਆ ਵੀ ਜਿਹੜੀ ਸਾਡੀ ਸਮਝ ਹੈ, ਸਾਡੀ ਸਮਝ ਤੋਂ ਪਰੇ ਹੈ। ਹੁਣ ਹੱਥ ਨੇ, ਪੈਰ ਆ, ਗੁਦਾ ਹੈ। ਠੀਕ ਹੈ ਜੀ। ਸੋ ਇਸ ਕਰਕੇ ਸਾਧ ਸੰਗਤ ਜੀ, ਸਾਡਾ ਆਪਾਂ ਕਹਿੰਦੇ ਦਿਲ ਹੈ, ਦੋ ਸਾਡੇ ਇੰਦਰੀ ਮਲ ਮੂਤਰ ਵਾਸਤੇ ਨੇ। ਸੋ ਸਾਡੇ ਵਿੱਚ ਸਮਾਇਆ ਹੋਇਆ ਵੀ ਹੈ ਅਤੇ ਸਾਡੀ ਸਮਝ ਤੋਂ ਪਰੇ ਹੈ ਸਾਧ ਸੰਗਤ ਜੀ। ਉਹਨੂੰ ਆਪਾਂ ਕਹਿੰਦੇ ਅਗਮ, ਅਲਖ, ਅਗੋਚਰ। ਸੋ ਇਸ ਕਰਕੇ ਆਪਾਂ ਬਸ ਇੰਨੀ ਗੱਲ ਨਹੀਂ ਸਮਝਣੀ ਆ ਵੀ ਜਿਹੜਾ ਸਾਨੂੰ ਆਹ ਜਨਮ ਪਦਾਰਥ ਹੈ ਸਾਡੇ ਕੋਲ, ਵੀ ਇਹਦਾ ਜਿਹੜਾ ਆਨੰਦ ਦੇ ਨਾਲ ਜਨਮ ਪਦਾਰਥ ਹੈ ਜਿਹੜਾ ਇਹ ਬਤੀਤ ਹੋ ਜਾਵੇ। ਸੋ ਜਿਨ੍ਹਾਂ ਨੇ ਆਪਣੇ ਜਨਮ ਪਦਾਰਥ ਨੂੰ ਜਾਣਿਆ ਨਹੀਂ ਹੈ, ਆਪਣੇ ਜਨਮ ਪਦਾਰਥ ਨੂੰ ਜਾਣਿਆ ਨਹੀਂ, ਪਹਿਚਾਣਿਆ ਨਹੀਂ, ਉਹਨਾਂ ਬਾਰੇ ਇਹ ਬਚਨ ਨੇ ਸਾਧ ਸੰਗਤ ਜੀ, ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ। ਕਹਿੰਦੇ ਵੀ ਧਰਮ ਰਾਏ ਨੂੰ ਹੁਕਮ ਹੈ ਵੀ ਤੂੰ ਸੱਚ ਇਨਸਾਫ ਕਰਨਾ ਹੈ, ਤੂੰ ਹੀ ਇਨਸਾਫ ਕਰਨਾ ਹੈ। ਫਿਰ ਕੀ ਬਚਨ ਹੋਇਆ? ਦੂਜੇ ਭਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ ਹੈ। ਜਿਵੇਂ ਕੋਈ ਮਨਿਸਟਰ ਹੈ,
ਸਭ ਤੋਂ ਵੱਡਾ ਉਹਦਾ ਕਿਹਦਾ ਹੈ? ਪ੍ਰਾਈਮ ਮਿਨਿਸਟਰ ਦਾ। ਪ੍ਰਾਈਮ ਮਿਨਿਸਟਰ ਦੇ ਹੇਠਾਂ ਸਾਰੀ ਪਬਲਿਕ ਆ ਜਾਂਦੀ ਹੈ, ਸਰਕਾਰ ਆਪਾਂ ਸਾਰੀ ਟੋਟਲ ਕੁੱਲ ਮਿਲਾ ਕੇ ਕਹਿੰਦੇ ਨੇ ਸਰਕਾਰ ਆ ਜੀ। ਸੋ ਇਸੇ ਤਰ੍ਹਾਂ ਧਰਮ ਰਾਏ ਨੂੰ ਕਹਿੰਦੇ ਐਸਾ ਹੁਕਮ ਹੈ ਵੀ ਤੂੰ ਇਨਸਾਫ ਕਰਨਾ। ਜਿਹੜੀਆਂ ਤਾਂ ਆਤਮਾ ਪੁੰਨੀ ਨੇ ਉਹਨਾਂ 'ਤੇ ਸਖਤੀ ਨਹੀਂ ਕਰਨੀ ਹੈ। ਜਿਹੜੀਆਂ ਦੁਸ਼ਟ ਆਤਮਾਵਾਂ ਨੇ ਸਾਧ ਸੰਗਤ ਜੀ, ਅਤੇ ਉਹਨਾਂ ਨਾਲ ਜਿਵੇਂ ਮਰਜ਼ੀ ਵਿਵਹਾਰ ਕਰ, ਉਹ ਤੇਰੀ ਸਰਕਾਰ ਹੈ। ਜਿਵੇਂ ਆਪਾਂ ਕਹਿੰਦੇ ਪੁੰਨੀ ਪਾਪੀ ਆਖਣ ਨਾਹੀਂ, ਕਾਰ ਕਰ ਕਰਨਾ ਲਿਖ ਲੈ ਜਾਓ। ਇਹ ਪੁੰਨ ਪਾਪ ਸਿਰਫ ਕਹਿਣ ਮਾਤਰ ਨਹੀਂ ਹੈਗੇ, ਇਹ ਜਿਹੜੇ ਕਰਮ ਕੀਤੇ ਹੁੰਦੇ ਨੇ ਸਾਡੇ ਨਾਲ ਹੀ ਜਾਂਦੇ ਨੇ ਸਾਧ ਸੰਗਤ ਜੀ। ਆਪਾਂ ਜਦੋਂ ਤੱਕ ਆਪਾਂ ਸੋਝੀ ਆ ਆਪਣੇ ਜੀਵਨ ਦੀ, ਕਦੋਂ ਕੁ ਸੋਝੀ ਆਈ, ਕਿਸੇ ਨੂੰ ਸੋਝੀ ਆਈ ਹੋ ਵੀ ਉਦੋਂ ਮੈਂ ਖੇਡਦਾ ਹੁੰਦਾ ਸੀ, ਬਸ ਓਨਾ ਕਿ ਮੇਰੇ ਯਾਦ ਹੈ। ਕਿਸੇ ਨੂੰ ਸੋਝੀ ਆਈ ਹੋ ਵੀ ਜਦੋਂ ਮੇਰੀ ਸੋਝੀ ਸ਼ੁਰੂ ਹੋਈ ਆ, ਵੀ ਇੱਥੋਂ ਕਿਤੇ ਮੇਰੀ ਜਿਹੜੀ ਸੋਝੀ ਆ ਉਹ ਸ਼ੁਰੂ ਹੋਈ ਆ। ਅਲੱਗ ਅਲੱਗ ਨੇ ਨਾ, ਅਲੱਗ ਅਲੱਗ ਸਰੀਰ ਨੇ, ਅਲੱਗ ਅਲੱਗ ਸੋਝੀਆਂ ਨੇ। ਜਿੰਨੇ ਕਰਮ ਸਾਧ ਸੰਗਤ ਜੀ ਸੋਝੀ ਆਉਣ ਤੋਂ ਬਾਅਦ ਆਪਾਂ ਕੀਤੇ, ਆਪਣੇ ਸਾਰੇ ਯਾਦ ਨੇ, ਭੁੱਲਦਾ ਨਹੀਂ ਹੁੰਦਾ ਕੋਈ। ਜਦੋਂ ਤੁਸੀਂ ਵੇਖੋਗੇ ਧਿਆਨ ਦੇ ਨਾਲ, ਜਦੋਂ ਤੋਂ ਆਪਾਂ ਨੂੰ ਸੋਝੀ ਆਈ, ਬਾਲਪਨ ਦੇ ਵਿੱਚ ਆਪਾਂ ਦੁੱਧ ਚੁੰਗਿਆ ਮਾਂ ਦਾ, ਆਪਾਂ ਨੂੰ ਕੋਈ ਸੋਝੀ ਨਹੀਂ। ਆਪਾਂ ਨੂੰ ਕੀ ਖਵਾਇਆ, ਕੀ ਕੀਤਾ, ਉਹ ਆਪਾਂ ਨੂੰ ਸੋਝੀ ਨਹੀਂ ਹੈ। ਜਦੋਂ ਤੋਂ ਆਪਾਂ ਨੂੰ ਸੋਝੀ ਆਉਣ ਲੱਗੀ, ਉਦੋਂ ਦੇ ਸਾਰੇ ਕਰਮ ਕੀਤੇ ਸਾਧ ਸੰਗਤ ਜੀ ਸਾਡੇ ਯਾਦ ਨੇ, ਯਾਦ ਨੇ। ਇਹ ਜਦੋਂ ਅਸੀਂ ਸਰੀਰ ਛੱਡਣਾ, ਉਹ ਸਾਰੇ ਕਰਮ ਸਾਡੇ ਨਾਲ ਹੀ ਚਲੇ ਜਾਣੇ ਨੇ। ਕਿਸੇ ਨੇ ਚੰਗੇ ਕੀਤੇ ਅਤੇ ਕਿਸੇ ਨੇ ਮਾੜੇ ਕੀਤੇ। ਜਿਹੜੇ ਮਾੜੇ ਕਰਮ ਕੀਤੇ ਆ, ਇਹਨਾਂ ਨੂੰ ਆਪਾਂ ਨਾਂ ਦੇ ਦਿੱਤਾ ਸਤਿਪੁਰਸ਼ਾਂ ਨੇ ਵੀ ਇਹ ਪਾਪ ਕਰਮ ਹੈ। ਜਿਹੜੇ ਨੇਕ ਕਰਮ ਕੀਤੇ, ਭਲੇ ਦੇ ਕਾਰਜ ਕੀਤੇ, ਉਹਨਾਂ ਨੂੰ ਮਹਾਤਮਾ ਲੋਕਾਂ ਨੇ ਨਾਮ ਦੇ ਦਿੱਤਾ ਵੀ ਇਹ ਪੁੰਨ ਕਰਮ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਵੀ ਜੋ ਕੁਛ ਵੀ ਅਸੀਂ ਖੱਟਿਆ ਕਮਾਇਆ, ਜਿਹੋ ਜਿਹੇ ਕਰਮ ਕੀਤੇ, ਉਹ ਸਾਡੇ ਨਾਲ ਨੇ। ਇਸ ਕਰਕੇ ਕਿਸੇ ਗਵਾਹ ਦੀ ਲੋੜ ਨਹੀਂ ਪੈਂਦੀ ਹੈਗੀ। ਜਦੋਂ ਦਰਗਾਹ ਦੇ ਵਿੱਚ ਬੈਠਣਾ ਨਸੀਬ ਹੁੰਦਾ, ਫਿਰ ਕਿਸੇ ਗਵਾਹ ਦੀ ਲੋੜ ਨਹੀਂ ਪੈਂਦੀ ਵੀ ਗਵਾਹ ਆਖੂਗਾ ਹਾਂ ਜੀ ਇਹਨੇ ਕਰਮ ਕੀਤੇ ਨੇ। ਉਹ ਸਾਰੇ ਕਰਮ ਜਿਹੜੇ ਨੇ ਸਾਧ ਸੰਗਤ ਜੀ ਸਾਡੇ ਨਾਲ ਨੇ। ਜਿਵੇਂ ਦੇਖੋ, ਇਹ ਤਾਂ ਟੈਕਨੋਲੋਜੀ ਆਪਣੇ ਹੁਣ ਆਈ ਹੈ, ਥੋੜ੍ਹੇ ਸਮੇਂ ਤਾਂ ਆਪਾਂ ਸਰੀਰ ਦੀ CT ਸਕੈਨ ਕਰਦੇ ਆ, ਉਹ ਸਰੀਰ ਦੇ ਇੱਕ ਇੱਕ ਅੰਗ ਦਾ ਦਿਖਾ ਦਿੰਦੇ ਆ, ਇੱਕ ਇੱਕ ਨਾੜ ਦਿਖਾ ਦਿੰਦੇ ਆ ਵੀ ਕਿੱਥੇ ਬਲੋਕੇਜ ਹੋ ਰਹੀ ਹੈ, ਕਿੱਥੇ ਕੀ ਹੈ, ਕਿੱਥੇ ਕੀ ਹੈ। ਇਸੇ ਤਰ੍ਹਾਂ ਜਿਹੜੀ ਸਾਚੀ ਦਰਗਾਹ ਜਦੋਂ ਉੱਥੇ ਜਾਣਾ, ਉਹਨਾਂ ਦੀ ਵੀ ਇਸੇ ਤਰ੍ਹਾਂ ਹੀ ਦ੍ਰਿਸ਼ਟੀ ਦੇ ਵਿੱਚ ਸਕੈਨਿੰਗ ਲੱਗੀ ਹੋਈ ਆ ਵੀ ਕਿਹੜੇ ਕਰਮ ਇਹਨੇ ਚੰਗੇ ਕੀਤੇ ਆ ਜਾਂ ਮਾੜੇ ਕੀਤੇ ਆ। ਇਹ ਸਾਧ ਸੰਗਤ ਜੀ ਫੇਰ ਜਾ ਕੇ ਕਿਤੇ ਸਾਚੀ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਹੁੰਦਾ ਸਾਨੂੰ। ਕਰਮ ਸਾਰਿਆਂ ਦੇ ਯਾਦ ਨੇ, ਇਹ ਆਪਾਂ ਦੱਸਦੇ ਨਹੀਂ ਇੱਕ ਦੂਜੇ ਨੂੰ ਵੀ ਅਸੀਂ ਆਹ ਮਾੜੇ ਕਰਮ ਕੀਤੇ ਆ। ਚੰਗੇ ਕਰਮ ਤਾਂ ਆਪਾਂ ਕਹਿ ਦਾਂਗੇ ਵੀ ਆਹ ਅਸੀਂ ਕੀਤੇ ਆ ਕੀਤੇ ਆ, ਪਰ ਜਦੋਂ ਅਸੀਂ ਦੱਸਣ ਲੱਗ ਗਏ ਵੀ ਆਹ ਮਾੜਾ ਕਰਮ ਅਸੀਂ ਉਦੋਂ ਕੀਤਾ, ਮਾੜਾ ਕਰਮ ਉਦੋਂ ਕੀਤਾ, ਲੋਕ ਤਾਂ ਹੱਸਣਗੇ। ਜਿਹਨੂੰ ਤਾਂ ਕਹਾਂਗੇ ਉਹ ਕਹਿਣਗੇ ਵੀ ਐਡਾ ਮੰਦਕਰਮੀ ਹੈ ਇਹ। ਪਰ ਉਹ ਸਾਧ ਸੰਗਤ ਜਿਹੜੇ ਕਰਮ ਨੇ, ਜਦੋਂ ਅਸੀਂ ਯਾਦ ਕਰਦੇ ਹਾਂ, ਫਿਰ ਸਾਨੂੰ ਨੇਕ ਕਰਮਾਂ ਦੀ ਸੋਝੀ ਆਉਂਦੀ ਵੀ ਇਹ ਸਾਨੂੰ ਕਰਨੇ ਨਹੀਂ ਸੀ ਚਾਹੀਦੇ, ਹੋ ਗਏ, ਪਰ ਹੁਣ ਪਛਤਾਪ ਕਰਦੇ ਹਾਂ ਵੀ ਹੁਣ ਤੋਂ ਬਾਅਦ ਅਸੀਂ ਨੇਕ ਕਰਮ ਕਰਾਂਗੇ। ਸੋ ਇਹ ਹੈ ਸਾਧ ਸੰਗਤ ਜੀ ਗੱਲ ਸਾਰੀ। ਸੋ ਇੱਥੇ ਬਚਨ ਇਸ ਪ੍ਰਕਾਰ ਆਇਆ ਵੀ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਪੁੰਨੀ ਆਤਮਾ ਮਨ ਕਿੰਨੀਆਂ ਨੇ ਦੇਖੋ ਸਾਧ ਸੰਗਤ ਜੀ, ਕੋਈ ਗਿਣਤੀ ਹੈ? ਕੋਈ ਪਤਾ ਨਹੀਂ। ਪੁੰਨੀ ਆਤਮਾਵਾਂ ਕਿੰਨੀਆਂ ਜਿਹੜੀਆਂ ਪੁੰਨ ਕਰਮ ਕਮਾਉਂਦੀਆਂ ਨੇ, ਦੁਸ਼ਟ ਆਤਮਾਵਾਂ ਕਿੰਨੀਆਂ ਨੇ ਜਿਹੜੀਆਂ ਵਿਕਾਰ ਕਮਾਉਂਦੀਆਂ ਨੇ। ਸੋ ਇਸ ਕਰਕੇ ਸਾਧ ਸੰਗਤ ਜੀ ਵੀ ਜਿਹੜਾ ਕੁਛ ਸਾਡਾ ਕੀਤਾ ਕਰਾਇਆ ਹੁੰਦਾ, ਸਾਡਾ ਸਾਰਾ ਕੁਛ, ਜਿਵੇਂ ਆਪਾਂ ਕਹਿੰਦੇ ਹਿਸਾਬ ਕਿਤਾਬ,
ਜਦੋਂ ਅਸੀਂ ਸਰੀਰ ਛੱਡ ਕੇ ਜਾਣਾ, ਉਹ ਸਾਰਾ ਕੁਝ ਸਾਡੇ ਨਾਲ ਹੀ ਚਲਾ ਜਾਂਦਾ ਹੁੰਦਾ। ਸੋ ਇਸ ਕਰਕੇ ਜਦੋਂ ਫਿਰ ਅਸੀਂ ਸੱਤ ਮੰਡਲੀ ਦੇ ਵਿੱਚ, ਕੀਤੇ ਮੰਡਲ ਦੇਸ, ਮੰਡਲ ਨੇ ਜਿੱਥੇ ਰੂਹਾਂ ਵਾਸਾ ਕਰਦੀਆਂ ਨੇ, ਨੇਕ ਰੂਹਾਂ ਵਾਸਾ ਕਰਦੀਆਂ ਉਹ ਅਲੱਗ ਹੈ, ਦੁਸ਼ਟ ਆਤਮਾ ਵਾਸਾ ਕਰਦੀਆਂ ਉਹ ਅਲੱਗ ਹੈ। ਕਿਉਂਕਿ ਦੁਸ਼ਟਾਂ ਅਤੇ ਪਰ ਉਪਕਾਰੀ ਜਨਾਂ ਅਤੇ ਦੁਸ਼ਟਾਂ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਸਾਧ ਸੰਗਤ ਜੀ। ਸੋ ਇਸ ਕਰਕੇ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ। ਜਿਹੜੇ ਨੇਕ ਕਰਮ ਕਰਦੇ ਆ ਫਿਰ ਇੱਕ ਪਰਮੇਸ਼ਵਰ ਨੂੰ ਯਾਦ ਕਰਦੇ ਆ। ਜਿਹੜੇ ਨੇਕ ਕਰਮੀ ਆ ਉਹ ਇੱਕ ਮਾਲਕ ਨੂੰ, ਇੱਕ ਪਰਮੇਸ਼ਵਰ ਨੂੰ ਯਾਦ ਕਰਦੇ। ਜੇ ਕਿਤੇ ਭੁੱਲੇ ਭਟਕੇ ਦੂਸਰੇ ਰਾਹ ਪੈ ਵੀ ਜਾਣ, ਫਿਰ ਵੀ ਉਹਨਾਂ ਨੂੰ ਮਾਲਕ ਖਸਮ ਯਾਦ ਆਉਂਦਾ ਵੀ ਨਹੀਂ, ਸਾਡਾ ਮਾਲਕ ਸਾਨੂੰ ਉਹ ਵੇਖਿਆ। ਇਹ ਜ਼ਰੂਰ ਯਾਦ ਰੱਖਣਾ ਵੀ ਉਹ ਵੇਖਿਆ, ਉਹ ਆਪਣੀ ਰਚਨਾ ਨੂੰ ਅੱਖਾਂ ਦੁਆਰਾ ਹੀ, ਸਾਡੇ ਅੱਖਾਂ ਦੇ ਵਿੱਚ ਦੀ ਹੀ ਵੇਖ ਲੈਂਦਾ ਹੈ। ਇਹਦਾ ਸਾਨੂੰ ਵੀ ਪਤਾ ਨਹੀਂ ਲੱਗਦਾ। ਆਪਾਂ ਕਹਿੰਦੇ ਵੀ ਅਸੀਂ ਵੇਖ ਰਹੇ ਹਾਂ ਧਰਤੀ ਨੂੰ, ਬਨਸਪਤੀ ਵੇਖ ਰਹੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਵੀ ਉਹ ਮਾਲਕ ਆਪ ਸਾਡੀਆਂ ਅੱਖਾਂ ਵਿੱਚ ਦੀ ਆਪਣੀ ਬਨਸਪਤੀ ਨੂੰ, ਆਪਣੀ ਰਚਨਾ ਨੂੰ ਵੇਖਦਾ, ਖੁਸ਼ ਹੁੰਦਾ। ਸੋ ਇਹ ਬਹੁਤ ਵੱਡਾ ਨੁਕਤਾ ਹੈ, ਯਾਦ ਰੱਖਣਾ ਸਾਧ ਸੰਗਤ। ਜਦੋਂ ਅਸੀਂ ਵੇਖਦੇ ਹਾਂ, ਅਸੀਂ ਤਾਂ ਵੇਖਣਾ ਹੀ ਵੇਖਣਾ ਹੁੰਦਾ। ਸਾਡੀ ਨਜ਼ਰ ਦੇ ਵਿੱਚ ਉਹ ਵੇਖਿਆ, ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਬੜਾ ਉਹ ਸਾਧ ਸੰਗਤ ਜੀ ਜ਼ਰੂਰ ਸਾਡੀ ਨਜ਼ਰ ਵਿੱਚ ਦੀ ਵੇਖਦਾ ਹੈ। ਤਿੰਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ। ਕਹਿੰਦੇ ਫਿਰ ਜਿਹੜੇ ਨੇਕ ਕਰਮ ਕਰਕੇ ਜਾਂਦੇ ਨੇ, ਨੇਕ ਕਰਮੀ ਨੇ, ਭਾਵੇਂ ਇੱਥੇ ਵੀ ਆਪਾਂ ਨੇਕ ਕਰਮ ਕਰਦੇ ਹਾਂ ਸਰੀਰ ਛੱਡਣ ਤੋਂ ਪਹਿਲਾਂ, ਉਹਨਾਂ ਦੀ ਸੇਵਾ ਧਰਮ ਰਾਏ ਕਰੇ। ਫਿਰ ਨੇਕ ਰੂਹਾਂ ਸਾਧ ਸੰਗਤ ਜੀ ਉਹਨਾਂ ਦੀ ਸਹਾਇਤਾ ਵੀ ਕਰਦੀਆਂ। ਜੇ ਦੁਸ਼ਟ ਆਤਮਾਵਾਂ ਤੰਗ ਕਰਦੀਆਂ ਨੇ ਤਾਂ ਜਿਹੜੀਆਂ ਨੇਕ ਰੂਹਾਂ ਨੇ ਉਹਨਾਂ ਦੀ ਸਹਾਇਤਾ ਕਰਦੀਆਂ ਨੇ। ਇਹ ਪ੍ਰੋਸੈਸ ਜਿਹੜਾ ਸਾਧ ਸੰਗਤ ਚੱਲਿਆ ਆ ਰਿਹਾ ਹੈ। ਸੋ ਇਸ ਕਰਕੇ ਆਪਾਂ ਜਿਹੜੇ ਆਪਣੇ ਅਵਗੁਣ ਕੀਤੇ ਨੇ ਉਹਨਾਂ ਨੂੰ ਯਾਦ ਜ਼ਰੂਰ ਕਰਨਾ। ਕਿਉਂ ਜਿੰਨਾ ਚਿਰ ਵਿਦਿਆਰਥੀ ਆਪਣੀ ਗਲਤੀ ਨਹੀਂ ਕਬੂਲ ਕਰਦਾ, ਓਨਾ ਚਿਰ ਟੀਚਰ ਉਹਨੂੰ ਹੋਰ ਨਹੀਂ ਸਿਖਾ ਸਕਦਾ। ਵਿਦਿਆਰਥੀ ਆਪਣੀ ਗਲਤੀ ਕਬੂਲ ਕਰੂ ਵੀ ਹਾਂ ਮੇਰੇ ਤੋਂ ਗਲਤੀ ਹੋਈ ਹੈ, ਫਿਰ ਉਹ ਅੱਗੇ ਸਿੱਖਣ ਦਾ ਚਾਹਵਾਨ ਹੋਵੇਗਾ। ਸੋ ਜ਼ਰੂਰ ਸਾਧ ਸੰਗਤ ਜੀ ਜਿਹੜੇ ਅਸੀਂ ਕੀਤੇ ਆ ਕਰਮ, ਉਹਨਾਂ ਨੂੰ ਯਾਦ ਰੱਖਣਾ। ਅਤੇ ਜਿਹੜੇ ਭਲੇ ਕਰਮ ਨੇ ਉਹ ਭਾਵੇਂ ਭੁੱਲ ਜਾਣ, ਉਹਨਾਂ ਨੂੰ ਭੁਲਾ ਦਿਓ ਜਿਹੜੇ ਭਲੇ ਦੇ ਕਰਮ ਕੀਤੇ ਆ। ਜਿਹੜੇ ਮੰਦ ਕਰਮ ਕੀਤੇ ਆ ਉਹ ਸਾਡੇ ਯਾਦ ਰਹਿਣੇ ਚਾਹੀਦੇ ਨੇ, ਤਾਂ ਜੋ ਅਸੀਂ ਉਸ ਤੋਂ ਵੱਧ ਹੋਰ ਨੇਕ ਕਰਮ, ਪਰਉਪਕਾਰ, ਭਲੇ ਦੇ ਕਾਰਜ ਕਰ ਸਕੀਏ। ਸੋ ਇਸ ਤਰ੍ਹਾਂ ਜਦੋਂ ਸਾਨੂੰ ਸਾਡੀ ਗਲਤੀ ਮਹਿਸੂਸ ਹੁੰਦੀ ਹੈ, ਫਿਰ ਅਸੀਂ ਪਛਤਾਤਾਪ ਕਰਕੇ ਬੇਨਤੀ ਕਰਦੇ ਹਾਂ, ਹੇ ਪ੍ਰਭੂ ਅਸੀਂ ਅੱਗੇ ਵਾਸਤੇ ਇਹੋ ਜਿਹੇ ਮੰਦ ਕਰਮ ਨਹੀਂ ਕਰਾਂਗੇ, ਸਾਨੂੰ ਤੁਸੀਂ ਬਖਸ਼ ਦਿਓ, ਸਾਨੂੰ ਸੋਝੀ ਦਿਓ। ਅਸੀਂ ਆਪਾਂ ਉੱਦਮ ਵੀ ਕਰਨਾ ਅਤੇ ਬੇਨਤੀਆਂ ਵੀ ਕਰਨੀਆਂ। ਮਾਲਕ ਜਿਹੜੇ ਕਰਮ ਹੋ ਗਏ ਸਾਡੇ ਯਾਦ ਆ, ਅਸੀਂ ਪਛਤਾਤਾਪ ਕਰਦੇ ਹਾਂ, ਪਰ ਹੁਣ ਰਹਿਮ ਕਰ ਵੀ ਅਸੀਂ ਉਹ ਕਰਮ ਨਾ ਕਰੀਏ। ਸੋ ਇਸ ਤਰ੍ਹਾਂ ਕਰਦਿਆਂ ਸਾਧ ਸੰਗਤ ਜਿਹੜਾ ਮਨੁੱਖ ਦਾ ਜੀਵਨ ਹੈ, ਜਨਮ ਪਦਾਰਥ, ਉਹ ਹੌਲੀ ਹੌਲੀ ਸਫਲ ਹੁੰਦਾ ਸਫਲ ਹੋ ਜਾਂਦਾ ਹੈ। ਸੋ ਇੰਨੀ ਕੁ ਹੀ ਬੇਨਤੀ ਪ੍ਰਵਾਨ ਕਰਨੀ ਜੀ। ਅੱਜ ਦੀ ਵਿਚਾਰ ਦੇ ਵਿੱਚ ਬਸ ਇਹੀ ਯਾਦ ਰੱਖਣਾ ਵੀ ਅਸੀਂ ਜਿਹੜੇ ਅਵਗੁਣ ਕੀਤੇ ਨੇ ਉਹ ਸਾਨੂੰ ਯਾਦ ਜ਼ਰੂਰ ਰਹਿਣੇ ਚਾਹੀਦੇ ਨੇ, ਕਿਉਂਕਿ ਜਦੋਂ ਅਵਗੁਣ ਯਾਦ ਨੇ ਫਿਰ ਅਸੀਂ ਗੁਣ ਕਰਾਂਗੇ। ਫਿਰ ਅਸੀਂ ਜੇ ਸਾਨੂੰ ਸਾਡੇ ਨਫ਼ਰਤ ਯਾਦ ਆ ਵੀ ਅਸੀਂ ਤਾਂ ਨਫ਼ਰਤ ਕੀਤੀ ਹੈ ਹੁਣ ਤੱਕ, ਫਿਰ ਅਸੀਂ ਪ੍ਰੇਮ ਕਰਨ ਲੱਗ ਜਾਂਗੇ। ਸਾਧ ਸੰਗਤ ਵੀ ਨਫ਼ਰਤ ਨਹੀਂ ਕਰਨੀ। ਨਫ਼ਰਤ ਨੂੰ ਕਾਹਦੇ ਵਿੱਚ ਬਦਲ ਦੇਣਾ? ਪ੍ਰੇਮ ਦੇ ਵਿੱਚ ਬਦਲ ਦੇਣਾ ਹੈ। ਸਾਧ ਸੰਗਤ ਹੁੰਦਾ ਐਨਰਜੀ ਉਹੀ ਹੁੰਦੀ ਹੈ, ਨਫ਼ਰਤ ਕਰਨ ਵਾਲੀ ਵੀ ਐਨਰਜੀ ਉਹੀ ਹੈ, ਪਿਆਰ ਕਰਨ ਵਾਲੀ ਵੀ ਐਨਰਜੀ ਉਹੀ ਹੈ। ਬਸ ਨਜ਼ਰ ਜਿਹੜੀ ਹੈ ਸਾਧ ਸੰਗਤ ਜੀ, ਪਹਿਲਾਂ ਨਫ਼ਰਤ ਕਰਨ ਵਾਲੀ ਭਾਵਨਾ ਹੁੰਦੀ ਹੈ, ਫਿਰ ਪਿਆਰ ਕਰਨ ਵਾਲੀ ਭਾਵਨਾ ਬਣ ਜਾਂਦੀ ਹੈ। ਐਨਰਜੀ ਉਹੀ ਹੁੰਦੀ ਹੈ। ਸੋ ਇਸ ਕਰਕੇ ਵੀ ਆਪਾਂ ਭਲੇ ਦਾ ਕਾਰਜ ਹੀ ਕਰਨਾ, ਭਲੇ ਦਾ ਕਾਰਜ ਹੀ ਸੋਚਣਾ ਹੈ।
ਸੋ ਜਿਹਦੇ ਨਾਲ ਸਾਡਾ ਜਨਮ ਪਦਾਰਥ ਹੈ ਜਿਹੜਾ ਉਹ ਸਫਲ ਹੋ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਅਸੀਸ ਜ਼ਰੂਰ ਬਖਸ਼ਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।